ਹੁੰਦਾ ਤੇ ਕਿਸੇ ਨੂੰ ਨਹੀਂ ਹੁੰਦਾ, ਇਹ ਡਿਪੈਂਡ ਕਰਦਾ, ਨਿਰਭਰ ਕਰਦਾ ਵੀ ਜਿਹੜਾ ਪੜ੍ਹਨ ਵਾਲਾ ਮਨੁੱਖ ਹੈ, ਕੋਈ ਵੀ ਮਨੁੱਖ ਜਦੋਂ ਪੜ੍ਹਦਾ ਹੈ ਉਹ ਕਿਸ ਭਾਵਨਾ ਨੂੰ ਲੈ ਕਰਕੇ ਬਾਣੀ ਨੂੰ ਪੜ੍ਹ ਰਿਹਾ। ਬੜੇ ਲੋਕ ਸਿਰਫ ਮੰਤਰ ਵਾਂਗੂ ਬਾਣੀ ਪੜ੍ਹਦੇ ਨੇ ਵੀ ਅਸੀਂ ਆਪਣੇ ਕਾਰਜਾਂ ਨੂੰ ਸਿੱਧ ਕਰਨਾ, ਕਾਰਜਾਂ ਨੂੰ ਰਾਸ ਕਰਨਾ, ਇਸ ਕਰਕੇ ਅਸੀਂ ਇਹ ਬਾਣੀ, ਇਹ ਬਚਨ ਪੜ੍ਹ ਲੈਣੇ ਨੇ ਮਹਾਰਾਜ ਦੇ। ਆਪਾਂ ਆਮ ਤੌਰ ਤੇ ਵੇਖਦੇ ਹਾਂ, ਗੁਟਕਾ ਸਾਹਿਬਾਂ ਦਾ ਸਿਰਲੇਖ ਦਿੱਤਾ ਹੋਇਆ ਛਾਪਣ ਵਾਲਿਆਂ ਨੇ, ਬਣਾਉਣ ਵਾਲਿਆਂ ਨੇ, ਵੇਚਣ ਵਾਸਤੇ ਦੁੱਖ ਭੰਜਣੀ ਸਾਹਿਬ ਦਾ ਗੁਟਕਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿਹੜਾ ਐਸਾ ਸ਼ਬਦ ਹੈ ਜਿਹੜਾ ਦੁੱਖ ਨਹੀਂ ਭੰਜਦਾ ਮਨੁੱਖ ਦੇ? ਜੇ ਕੋਈ ਆਖੇ ਵੀ ਆਹ 10, 12, 15 ਸ਼ਬਦ ਨੇ ਜਿਹੜੇ ਦੁੱਖ ਤੋੜਦੇ ਨੇ, ਕਿਹੜਾ ਸ਼ਬਦ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਿੱਖ ਦੇ ਦੁੱਖ ਨਹੀਂ ਤੋੜੇਗਾ? ਮਹਾਰਾਜ ਜੀ ਨੇ ਜਿੱਥੇ ਕੋਈ ਵਿਸ਼ੇਸ਼ ਬਾਣੀ ਰਚੀ ਹੈ, ਉਹਨੂੰ ਆਪ ਹੀ ਮਹਾਰਾਜ ਜੀ ਨੇ ਨਾਮ ਦਿੱਤਾ ਹੈ। ਉਹਨੂੰ ਮਹਾਰਾਜ ਨੇ ਆਪ ਹੀ ਨਾਮ ਦੇ ਦਿੱਤਾ, ਸੋਦਰ ਦੇ ਦਿੱਤਾ, ਜਪਜੀ ਨਾਮ ਦੇ ਦਿੱਤਾ ਮਹਾਰਾਜ ਜੀ ਨੇ। ਅੱਗੇ ਆਈਏ, ਸੋਹਿਲਾ ਨਾਮ ਦੇ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਹੋਰ ਕਿਤਨੀਆਂ ਬੇਅੰਤ ਬਾਣੀਆਂ ਨੇ ਜਿੱਥੇ ਮਹਾਰਾਜ ਜੀ ਨੇ ਸਿਰਲੇਖ ਆਪ ਦਿੱਤੇ ਹੋਏ ਨੇ। ਪਰ ਕਈ ਵਾਰ ਜਦੋਂ ਮਨੁੱਖ ਪੜ੍ਹਦਾ ਹੈ ਤੇ ਉਹ ਪੜ੍ਹਨ ਵਾਲੇ ਦੀ ਭਾਵਨਾ ਕੀ ਹੈ, ਉਹ ਕਿਉਂ ਪੜ੍ਹ ਰਿਹਾ ਹੈ, ਇਹ ਗੱਲ ਨਿਰਭਰ ਕਰਦੀ ਹੈ। ਤੇ ਜਦੋਂ ਪੜ੍ਹਨ ਵਾਲੇ ਦੀ ਭਾਵਨਾ ਸਿਰਫ ਔਰ ਸਿਰਫ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਤੋਂ ਨਾਮ ਮੰਗਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫੇਰ ਉਸ ਨੂੰ ਆਨੰਦ ਰਸ ਪ੍ਰਾਪਤ ਹੁੰਦਾ ਹੈ। ਫੇਰ ਉਸ ਨੂੰ ਉਸ ਬਾਣੀ ਦਾ ਆਨੰਦ ਜਿਹੜਾ ਹੈ, ਜੋ ਮਹਾਰਾਜ ਨੇ ਅੰਦਰ ਬਾਣੀ ਦੇ ਲੁਕੋ ਕਰਕੇ ਰੱਖਿਆ ਹੈ, ਉਹ ਉਸ ਨੂੰ ਪ੍ਰਾਪਤ ਹੁੰਦਾ ਹੈ। ਜ਼ਰੂਰੀ ਨਹੀਂ ਜਿਸ ਮਨੁੱਖ ਨੇ ਪਾਣੀ ਦਾ ਕੋਈ ਭਾਂਡਾ ਭਰਿਆ ਹੈ ਉਹ ਪਾਣੀ ਨੂੰ ਪੀਏਗਾ। ਗੱਲ ਨੂੰ ਸਮਝਿਓ ਧਿਆਨ ਨਾਲ। ਜਿਸ ਮਨੁੱਖ ਨੇ ਪਾਣੀ ਦਾ ਕੋਈ ਭਾਂਡਾ, ਮੰਨ ਲਓ ਕਿਸੇ ਨੇ ਬਾਲਟੀ ਪਾਣੀ ਦੀ ਭਰ ਲਈ, ਜ਼ਰੂਰੀ ਨਹੀਂ ਹੈ ਹੁਣ ਇਸ ਪਾਣੀ ਨੂੰ ਪੀਣ ਵਾਸਤੇ ਉਸਨੇ ਭਰਿਆ। ਹੋ ਸਕਦਾ ਉਸਨੇ ਹੱਥ ਧੋਣੇ ਹੋਣ, ਪੈਰ ਧੋਣੇ ਹੋਣ, ਹੋ ਸਕਦਾ ਉਹਨੇ ਨਹਾਉਣਾ ਹੋਵੇ, ਹੋ ਸਕਦਾ ਉਹਨੇ ਕੋਈ ਦਾਲ ਭਾਜੀ ਬਣਾਉਣੀ ਹੋਵੇ। ਹੁਣ ਜਿਹੜਾ ਜਿਹੜਾ ਕਾਰਜ, ਜਿਸ ਕੰਮ ਵਾਸਤੇ ਮਨੁੱਖ ਨੇ ਉਹ ਪਾਣੀ ਭਰਿਆ, ਕੰਮ ਉਹ ਕਰ ਲਏਗਾ, ਪਾਣੀ ਉਸ ਦਾ ਕੰਮ ਸਾਰ ਦੇਵੇਗਾ। ਪਰ ਜੇ ਕੋਈ ਆਖੇ ਮੈਂ ਹੱਥ ਧੋ ਲਏ ਤੇ ਮੇਰੀ ਪਿਆਸ ਕਿਉਂ ਨਹੀਂ ਬੁਝੀ, ਮੈਂ ਪੈਰ ਧੋ ਲਏ ਪਾਣੀ ਨਾਲ, ਮੇਰੀ ਪਿਆਸ ਕਿਉਂ ਨਹੀਂ ਬੁਝੀ, ਮੈਂ ਇਹ ਪਾਣੀ ਸਬਜ਼ੀ ਵਿੱਚ, ਦਾਲ ਵਿੱਚ ਪਾਇਆ, ਮੇਰੀ ਪਿਆਸ ਕਿਉਂ ਨਹੀਂ ਬੁਝੀ? ਅਸਲ ਵਿੱਚ ਜੇ ਪਿਆਸ ਬੁਝਾਉਣੀ ਹੈ ਤੇ ਪਾਣੀ ਨੂੰ ਪੀਣਾ ਪਏਗਾ। ਪਾਣੀ ਪਾਣੀ ਹੈ, ਪਰ ਉਸ ਨੂੰ ਤੁਸੀਂ ਕਿਵੇਂ ਗ੍ਰਹਿਣ ਕਰ ਰਹੇ ਹੋ, ਕਿਵੇਂ ਉਸ ਨੂੰ ਛਕ ਰਹੇ ਹੋ, ਕਿਵੇਂ ਉਸ ਨੂੰ ਤੁਸੀਂ ਲੈ ਰਹੇ ਹੋ, ਇਹ ਗੱਲ ਨਿਰਭਰ ਕਰਦੀ ਹੈ। ਬਾਣੀ ਦੀ ਅਗੰਮੀ ਕਿਰਪਾ ਹੈ, ਬਾਣੀ ਰਸ ਵਰਤਾ ਰਹੀ ਹੈ, ਬਾਣੀ ਆਪਣੀ ਰਹਿਮਤ ਕਰ ਰਹੀ ਹੈ, ਪਰ ਇਹ ਨਿਰਭਰ ਕਰਦਾ ਤੁਸੀਂ ਬਾਣੀ ਨੂੰ ਕਿਸ ਸੋਚ ਦੇ ਨਾਲ ਪੜ੍ਹ ਰਹੇ ਹੋ। ਅਸੀਂ ਗੁਰੂ ਘਰ ਕਿਸ ਸੋਚ ਦੇ ਨਾਲ ਆ ਰਹੇ ਹਾਂ। ਸਾਰੇ ਮਨੁੱਖ ਇਹ ਸੋਚ ਕੇ ਨਹੀਂ ਆਉਂਦੇ ਕਿ ਅਸੀਂ ਸ਼ਾਮ ਵੇਲਾ ਹੋ ਗਿਆ, ਸੰਧਿਆ ਵੇਲਾ ਹੋ ਗਿਆ, ਗੁਰੂ ਦਾ ਹੁਕਮ ਹੈ, ਅਸੀਂ ਹਾਜ਼ਰੀ ਲਵਾਉਣੀ ਹੈ ਆਪਣੀ। ਬੜੇ ਮਨੁੱਖ ਇਹ ਸੋਚ ਕੇ ਵੀ ਆਉਂਦੇ ਨੇ ਵੀ ਅੱਜ ਮੇਰਾ ਕੋਈ ਕਾਰਜ ਅਟਕ ਗਿਆ ਤੇ ਮੈਂ ਤਾਂ ਜਾਣਾ ਹੈ, ਮੈਂ ਬੜੇ ਦਿਨਾਂ ਦਾ ਸੋਚਿਆ ਹੋਇਆ ਸੀ ਤਾਂ ਜਾਣਾ ਹੈ। ਅਖੰਡ ਪਾਠ ਸਾਹਿਬ, ਸਹਿਜ ਪਾਠ, ਸੁਖਮਨੀ ਸਾਹਿਬ ਜ਼ਰੂਰੀ ਨਹੀਂ ਸਾਰੇ ਸੁਣਨ ਵਾਸਤੇ ਕਰਾਉਂਦੇ ਨੇ। ਬੜੇ ਲੋਕ ਤੇ ਆਪਣੀਆਂ ਸੁਖਣਾ ਸੁਖੀਆਂ ਹੋਈਆਂ ਲਾਉਣ ਵਾਸਤੇ ਕਰਾਉਂਦੇ ਨੇ। ਮਾਫੀ ਦਿਓ ਪਰ ਸੱਚ ਹੈ ਇਹ। ਹੁਣ ਕੌਣ ਮਨੁੱਖ ਹੈ ਜਿਹੜਾ ਬਾਣੀ ਨੂੰ ਸਿਰਫ ਸੁਣਨ ਵਾਸਤੇ, ਇਹਦੇ ਵਿੱਚੋਂ ਰਸ ਲੈਣ ਵਾਸਤੇ ਪੜ੍ਹ ਰਿਹਾ ਹੈ? ਇਸ ਨੂੰ ਮਹਾਰਾਜ ਜੀ ਕਹਿਣ ਲੱਗੇ ਤੂੰ ਰਸ ਲੈਣ ਵਾਸਤੇ ਪੜ੍ਹ ਹੀ ਨਹੀਂ ਰਿਹਾ ਤੇ ਤੈਨੂੰ ਰਸ ਕਿੱਦਾਂ ਮਿਲ ਜਾਏ? ਹੱਥ ਧੋ ਲਏ, ਪੈਰ ਧੋ ਲਏ, ਨਹਾ ਲਿਆ, ਇਸ ਪਾਣੀ ਦੇ ਨਾਲ ਦਾਲ ਭਾਜੀ ਸਬਜ਼ੀ ਬਣਾ ਲਈ, ਹੋਰ ਪਾਣੀ ਨਾਲ ਤੂੰ ਬੜਾ ਕੁਝ ਕਰ ਲਿਆ, ਪਰ ਪਾਣੀ ਪਿਆਸ ਉਦੋਂ ਬੁਝਾਏਗਾ ਜਦੋਂ ਪਾਣੀ ਨੂੰ ਤੂੰ ਪੀਏਂਗਾ। ਬਾਣੀ ਤੇਰੇ ਦੁੱਖਾਂ ਨੂੰ ਨਾਸ ਕਰ ਦਿੱਤਾ,
ਬਾਣੀ ਤੇਰੇ ਘਰ ਵਿੱਚ ਖੁਸ਼ੀਆਂ ਦੇ ਦਿੱਤੀਆਂ। ਜੇ ਤੂੰ ਆਖੇ ਮੇਰੇ ਬਾਣੀ ਮਨ ਨੂੰ ਠਹਿਰਾ ਦੇ, ਤੇ ਬਾਣੀ ਨੂੰ ਤੈਨੂੰ ਛਕਣਾ ਪਏਗਾ। ਬਾਣੀ ਦਾ ਉਹ ਰਸ ਤੈਨੂੰ ਲੈਣਾ ਪਏਗਾ ਜਿਸ ਰਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ। ਤੈਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਾਂਗੂ ਕਹਿਣਾ ਪਏਗਾ, ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ। ਐ ਦਾਤਾ ਕਿਰਪਾਲੂ, ਐ ਨਿਰੰਕਾਰ, ਐ ਰੱਬੀ ਮਿਹਰ ਦੇ ਮਾਲਕ, ਐ ਪਾਤਸ਼ਾਹ ਹਜ਼ੂਰ ਕਿਰਪਾ ਕਰ। ਜਾਚਕ ਕਹਿੰਦੇ ਨੇ ਭਿਖਾਰੀ ਨੂੰ, ਗਰੀਬ ਨੂੰ, ਮੰਗਤੇ ਨੂੰ, ਮੰਗਣ ਵਾਲੇ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਕੁੱਲ ਕਾਇਨਾਤ ਦੇ ਮਾਲਕ, ਐ ਕੁੱਲ ਕਾਇਨਾਤ ਨੂੰ ਸਹਾਰਾ ਦੇਣ ਵਾਲੇ ਦਾਤੇ, ਮੈਂ ਤੇਰੇ ਦਰ ਦੇ ਉੱਤੇ ਆਉਣਾ ਤੇ ਨਿਤ ਤੇਰੇ ਤੋਂ ਇੱਕੋ ਦਾਤ ਹੀ ਮੈਂ ਮੰਗਦਾ ਹਾਂ। ਉਹ ਦਾਤ ਹੀ ਮੈਨੂੰ ਚਾਹੀਦੀ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੋਏ ਕਹਿੰਦੇ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਹੁਣ ਦੇਖੋ ਆਪਾਂ ਕਿੰਨੇ ਵਾਰੀ ਮਹਾਰਾਜ ਤੋਂ ਇਹ ਮੰਗਿਆ। ਬਾਕੀ ਦਿਨਾਂ ਦੀ ਗੱਲ ਛੱਡ ਦਿਓ, ਅੱਜ ਦੀ ਗੱਲ ਕਰੋ। ਹੁਣ ਤੇ ਯਾਦ ਹੋਣਾ ਨਾ, ਆਪਾਂ 5 10 15 ਮਿੰਟ ਅੱਧਾ ਘੰਟਾ ਪਹਿਲਾਂ ਮਹਾਰਾਜ ਨੂੰ ਮੱਥਾ ਟੇਕਿਆ, ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਅਸੀਂ ਨਤਮਸਤਕ ਹੋਏ ਆ। ਕੀ ਮੰਗਿਆ ਮਹਾਰਾਜ ਜੀ ਤੋਂ, ਕੀ ਡਿਮਾਂਡ ਕੀਤਾ ਮਹਾਰਾਜ ਜੀ ਨੂੰ, ਕੀ ਆਖਿਆ? ਯਕੀਨਨ ਮੇਰੇ ਵਾਂਗੂ ਸਾਰਿਆਂ ਨੇ ਆਖਿਆ ਹੋਣਾ, ਘਰ ਪਰਿਵਾਰ ਸੁਖ ਸ਼ਾਂਤੀ ਬਖਸ਼ੀ, ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਰੱਖੀ, ਐ ਨਿਰੰਕਾਰ ਧੀਆਂ ਪੁੱਤਾਂ ਨੂੰ ਕਿਰਪਾ ਕਰਕੇ ਵਿਦਿਆ ਦੇ ਦਾਨ ਬਖਸ਼ੀ। ਹੋ ਸਕਦਾ ਹੈ ਬਹੁਤਿਆਂ ਨੇ ਕੈਨੇਡਾ ਮੰਗਿਆ ਹੋਵੇ, ਅਮਰੀਕਾ ਮੰਗਿਆ ਹੋਵੇ, ਪਰ ਬਹੁਤ ਘੱਟ ਨੇ ਜਿਨ੍ਹਾਂ ਨੇ ਆਖਿਆ ਹੋਵੇ ਐ ਨਿਰੰਕਾਰ ਮੈਨੂੰ ਹੋਰ ਕੁਝ ਨਹੀਂ, ਮੈਨੂੰ ਤਾਂ ਤੂੰ ਚਾਹੀਦਾ। ਐ ਪਾਤਸ਼ਾਹ ਮੈਨੂੰ ਹੋਰ ਨਹੀਂ ਕੁਝ, ਮੈਨੂੰ ਤੂੰ ਚਾਹੀਦਾ, ਮੇਰੀ ਝੋਲੀ ਦੇ ਵਿੱਚ ਤੂੰ ਪੈ। ਰੱਬ ਕੋਲੇ ਸਭ ਤੋਂ ਕੀਮਤੀ ਦਾਤ ਜੇ ਕੋਈ ਹੈ, ਯਾਦ ਰੱਖਿਓ ਪਰਮੇਸ਼ਰ ਕੋਲੇ ਆਪਦਾ ਨਾਮ ਹੀ ਹੈ ਦੇਣ ਵਾਸਤੇ। ਸਭ ਤੋਂ ਵੱਧ ਕੀਮਤੀ ਨਿਰੰਕਾਰ ਦਾ ਆਪਣਾ ਨਾਮ ਹੈ, ਜੋ ਕਿ ਅਸੀਂ ਨਹੀਂ ਮੰਗਦੇ, ਜਿਹਨੂੰ ਮਹਾਰਾਜ ਜੀ ਨੇ ਬਾਣੀ ਵਿੱਚ ਸਪਸ਼ਟ ਕਰਕੇ ਆਖਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁਖ। ਐ ਨਿਰੰਕਾਰ ਕਿਰਪਾ ਕਰ ਮੇਰੇ ਤੇ, ਮੈਨੂੰ ਆਪਣੇ ਨਾਮ ਦਾ ਉਹ ਕਿਣਕਾ ਦੇ ਕਿ ਮੇਰੀ ਜ਼ੁਬਾਨ ਇਸ ਸੰਸਾਰੀ ਕਾਰ ਵਿਹਾਰ ਤੋਂ ਦੂਰ ਹੋ ਜਾਏ, ਔਰ ਜਦੋਂ ਤੇਰੇ ਚਰਨਾਂ ਦੇ ਵਿੱਚ ਲੱਗੇ ਤੇ ਇੱਕੋ ਗੱਲ ਆਖੇ, ਸਤਨਾਮ ਸ਼੍ਰੀ ਵਾਹਿਗੁਰੂ। ਐ ਨਿਰੰਕਾਰ ਮੈਨੂੰ ਇਹ ਗੱਲ ਸਮਝਾ ਪਹਿਲਾਂ, ਜਦੋਂ ਮਨ ਨੂੰ ਤੁਹਾਨੂੰ ਸਮਝ ਪੈ ਗਈ ਨਾ ਸਾਰਿਆਂ ਨੂੰ ਆਪਾਂ ਨੂੰ, ਫਿਰ ਨਿਰੰਕਾਰ ਜੀ ਕਹਿੰਦੇ ਜਦੋਂ ਤੇਰੇ ਕੋਲ ਇਹ ਚੀਜ਼ ਆ ਗਈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਇੱਕ ਬੜੀ ਪਿਆਰੀ ਗੱਲ ਕਹਿੰਦੇ ਨੇ, ਕਹਿੰਦੇ ਮਹਾਰਾਜ ਕਹਿੰਦੇ ਦੁਨੀਆ ਇਹ ਸੋਚਦੀ ਹੈ ਕਿ ਪੈਸੇ ਵਾਲੇ ਦੀ ਇੱਜ਼ਤ ਬਹੁਤ ਜ਼ਿਆਦਾ ਹੈ, ਸਟੇਟਸ ਵਾਲੇ ਦੀ ਇੱਜ਼ਤ ਬਹੁਤ ਜ਼ਿਆਦਾ। ਦੁਨੀਆ ਦਾ ਇਹ ਕਹਿਣਾ ਹੈ ਜਿਸ ਬੰਦੇ ਕੋਲੇ ਪੈਸੇ ਨੇ, ਜਿਸ ਕੋਲੇ ਵੱਡੀ ਗੱਡੀ ਹੈ, ਕੋਠੀ ਹੈ, ਸਟੇਟਸ ਹੈ, ਕੰਮਕਾਰ ਹੈ, ਉਸ ਦਾ ਨਾਮ ਜ਼ਿਆਦੇ ਹੈ। ਪਰ ਮਹਾਰਾਜ ਜੀ ਕਹਿੰਦੇ ਮੇਰਾ ਖਿਆਲ ਇਹ ਹੈ ਕਿ ਦੁਨੀਆ ਦੇ ਵਿੱਚ ਉਸ ਬੰਦੇ ਦੀ ਇੱਜ਼ਤ ਜ਼ਿਆਦਾ ਹੈ, ਕੱਪੜੇ ਭਾਵੇਂ ਪਾਟੇ ਹੋਣ ਪਰ ਉਹਦਾ ਮਨ ਨਿਰੰਕਾਰ ਦੇ ਚਰਨਾਂ ਦੇ ਵਿੱਚ ਲੱਗਿਆ ਹੋਵੇ। ਲਾਲ ਚੋਲਣਾ ਤੈਂ ਤਨ ਸੋਹਿਆ, ਸੁਰਜਨ ਭਾਨੀ ਤੈਂ ਮਨ ਮੋਹਿਆ। ਐ ਨਿਰੰਕਾਰ ਜਿਸ ਦੇ ਉੱਪਰ ਤੇਰੇ ਨਾਮ ਦਾ ਚੋਲਾ ਪਾਇਆ, ਉਹ ਇਸ ਸੰਸਾਰ ਦੇ ਵਿੱਚ ਸ਼ੋਭਾ ਪਾ ਰਿਹਾ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਬਚਨ ਕਰਦੇ ਹੋਏ ਬੜੀ ਪਿਆਰੀ ਗੱਲ ਕਹਿੰਦੇ। ਮਹਾਰਾਜ ਕਹਿੰਦੇ ਇੱਕ ਗੱਲ ਤੇ ਛੱਡ ਦਿਓ ਵੀ ਪੈਸਾ, ਦੂਜੀ ਗੱਲ ਇਹ ਛੱਡ ਦਿਓ ਦੁਨੀਆ ਦਾ ਰੁਤਬਾ। ਮਹਾਰਾਜ ਕਹਿੰਦੇ ਦੁਨੀਆ ਪੈਸੇ ਨਾਲ ਬਦਲੇਗੀ, ਰੱਬ ਤੇਰੇ ਹੱਥਾਂ ਵਿੱਚ ਕਰਾਮਾਤ ਭਰ ਦੇਗਾ, ਰਿੱਧੀਆਂ ਸਿੱਧੀਆਂ ਭਰ ਦੇਗਾ। ਤੇ ਪੁੱਛਿਆ ਮਹਾਰਾਜ ਕਦੋਂ, ਇਹ ਕਿਵੇਂ ਸੰਭਵ ਹੋ ਸਕਦਾ ਹੈ? ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਨਵ ਨਿਧੀ, 9 ਨਿਧੀਆਂ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ। ਮਹਾਰਾਜ ਜੀ ਕਹਿੰਦੇ 9 ਨਦੀਆਂ 18 ਸਿੱਧੀਆਂ ਤੇ ਉਸ ਮਨੁੱਖ ਦੇ ਪਿੱਛੇ ਤੁਰੀਆਂ ਫਿਰਦੀਆਂ ਨੇ ਜੋ ਹਰ ਹਿਰਦਾ ਸਦਾ
ਵਸਾਏ, ਜਿਹੜਾ ਨਿਰੰਕਾਰ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ। ਮਹਾਰਾਜ ਜੀ ਕਹਿੰਦੇ ਦੁਨੀਆ ਪੈਸੇ ਪਿੱਛੇ ਭੱਜਦੀ ਨੇ, ਮਾਇਆ ਪਿੱਛੇ ਭੱਜਦੀ ਹੈ ਦੁਨੀਆ, ਪਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਤੇ ਮਹਾਰਾਜ ਕਹਿਣ ਲੱਗੇ ਪੈਸਾ ਤੇ ਭਗਤਾਂ ਦੇ ਸੰਤਾਂ ਦੇ ਚਰਨਾਂ ਦੇ ਵਿੱਚ ਰੁਲਦਾ ਫਿਰਦਾ ਹੈ। ਜੇਕਰ ਮਹਾਰਾਜ ਜੀ ਕਹਿੰਦੇ ਪੈਸੇ ਦੀ ਇੱਜ਼ਤ ਹੈ, ਪੈਸੇ ਦੇ ਵਾਸਤੇ ਤੁਸੀਂ ਇਸ ਸੰਸਾਰ ਦੇ ਵਿੱਚ ਰੁਤਬੇ ਦੇ ਵਾਸਤੇ ਬੜਾ ਕੁਝ ਕਰਦੇ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇੱਕ ਪਾਸੇ ਕਈਆਂ ਸਾਲਾਂ ਦੀ ਮਿਹਨਤ ਤੇ ਇੱਕ ਪਾਸੇ ਇੱਕ ਖਿਣ ਦਾ ਨਾਮ। ਮਹਾਰਾਜ ਜੀ ਕਹਿੰਦੇ ਜਿਸ ਨੀਚ ਕੋ ਕੋਏ ਨਾ ਜਾਣੈ। ਨੀਚ ਕਹਿੰਦੇ ਨੇ ਨੀਵੇਂ ਬੰਦੇ ਨੂੰ। ਨੀਚ ਵੈਸੇ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੂੰ ਆਖਿਆ ਜਾਂਦਾ ਸੀ ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਸੀ, ਨੀਚ ਕਹਿੰਦੇ ਸੀ ਉਹਨਾਂ ਨੂੰ। ਹੁਣ ਭਗਤ ਰਵਿਦਾਸ ਸਾਹਿਬ ਦੀ ਬਾਣੀ ਹੈ, ਭਗਤ ਕਬੀਰ ਸਾਹਿਬ ਦੀ ਬਾਣੀ ਹੈ, ਸੈਣ ਜੀ ਦੀ ਬਾਣੀ ਹੈ, ਪੀਪਾ ਜੀ ਦੀ ਬਾਣੀ ਹੈ, ਪਰਮਾਨੰਦ ਦੀ ਬਾਣੀ ਹੈ, ਬਾਬਾ ਫਰੀਦ ਸਾਹਿਬ ਦੀ ਬਾਣੀ ਹੈ। ਇਹ ਉਹ ਗੁਰਮੁਖ ਪਿਆਰੇ, ਉਹ ਸਤ ਮਹਾਂਪੁਰਖ ਨੇ ਜਿਨ੍ਹਾਂ ਨੂੰ ਸਮੇਂ ਦਿਆਂ ਲੋਕਾਂ ਨੇ ਇਹ ਆਖਿਆ ਸੀ ਵੀ ਤੁਸੀਂ ਤੇ ਜਾਤ ਕਰਕੇ ਬੜੇ ਨੀਵੇਂ ਹੋ। ਭਗਤ ਨਾਮਦੇਵ ਜੀ ਨੂੰ ਮੰਦਿਰ ਵਿੱਚ ਜਾਣ ਤੋਂ ਰੋਕ ਦਿੱਤਾ ਸੀ। ਜਿਹੜੇ ਹੁਣ ਜਾਂਦੇ ਨੇ ਨਰਸੀ ਜਾਂਦੇ ਨੇ ਨਾ, ਨਰਸੀ ਉਹਨਾਂ ਦਾ ਮੰਦਿਰ ਬਣਿਆ ਹੋਇਆ, ਭਗਤ ਨਾਮਦੇਵ ਜੀ ਦਾ ਬਣਿਆ ਤੇ ਉਹਨਾਂ ਦਾ ਹੋਇਆ ਸੀ। ਕਹਿਣ ਲੱਗੇ ਭਗਤ ਨਾਮਦੇਵ ਜੀ ਨੂੰ ਮੰਦਿਰ ਵਿੱਚ ਜਾਣ ਤੋਂ ਰੋਕਿਆ, ਉਹ ਮੰਦਿਰ ਦੇ ਪਿੱਛੇ ਜਾ ਕੇ ਬਹਿ ਗਏ ਤੇ ਕਹਿੰਦੇ ਐਸਾ ਚੱਕਰ ਫਿਰਿਆ, ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੇ ਭਗਤ ਜੀ ਦੀ ਬੇਨਤੀ ਸਵੀਕਾਰ ਕੀਤੀ। ਉਹ ਦੇਹੋਰਾ ਘੁੰਮ ਗਿਆ, ਜਿਸ ਪਾਸੇ ਉਹਦਾ ਮੁਖ ਸੀ ਉਹ ਘੁੰਮ ਕੇ ਉਸ ਪਾਸੇ ਆ ਗਿਆ ਜਿੱਥੇ ਭਗਤ ਨਾਮਦੇਵ ਸਾਹਿਬ ਜੀ ਬੈਠੇ ਨੇ। ਅੱਜ ਵੀ ਉਹ ਉਦਾਂ ਦਾ ਹੈ, ਜਾ ਕੇ ਤੁਸੀਂ ਉੱਥੇ ਦਰਸ਼ਨ ਕਰ ਸਕਦੇ ਹੋ। ਆਪਾਂ ਬਚਨ ਕਰ ਰਹੇ ਸੀ, ਮਹਾਰਾਜ ਕਹਿੰਦੇ ਜਿਸ ਨੀਚ ਕੋ ਕੋਏ ਨਾ ਜਾਣੈ। ਜਿਸ ਮਨੁੱਖ ਨੂੰ ਨੀਵੇਂ ਨੂੰ ਭਾਵੇਂ ਜਾਤ ਕਰਕੇ ਤੇ ਭਾਵੇਂ ਪੈਸੇ ਕਰਕੇ ਤੇ ਭਾਵੇਂ ਗੁਣਾ ਕਰਕੇ ਤੇ ਭਾਵੇਂ ਸੁਹੱਪਣ ਕਰਕੇ, ਮਹਾਰਾਜ ਕਹਿੰਦੇ ਜਿਸ ਨੀਵੇਂ ਮਨੁੱਖ ਨੂੰ ਦੁਨੀਆ ਵਿੱਚ ਕੋਈ ਨਹੀਂ ਨਾ ਜਾਣਦਾ, ਨਾਮ ਜਪਤ ਉਹ 4 ਕੁੰਟ ਮਾਨੈ। ਮਹਾਰਾਜ ਕਹਿੰਦੇ ਨਾਮ ਜਪ ਕੇ ਉਹਨੇ 4 ਕੁੰਟਾਂ ਦੇ ਵਿੱਚ ਆਪਣੀ ਜੈ ਜੈਕਾਰ ਕਰਵਾ ਲਈ ਹੈ। ਭਗਤ ਰਵਿਦਾਸ ਸਾਹਿਬ ਜੀ ਦਾ ਜਿੰਨੇ ਤੁਸੀਂ ਸਾਰੇ ਬੈਠੇ ਹੋ ਨਾਮ ਸੁਣਿਆ? ਭਗਤ ਰਵਿਦਾਸ ਸਾਹਿਬ ਜੀ ਦਾ ਤੁਸੀਂ ਸੁਣਿਆ? ਤੁਸੀਂ ਨਾ ਭਗਤ ਰਵਿਦਾਸ ਸਾਹਿਬ ਜੀ ਦੇ ਵੇਲੇ ਰਾਜਾ ਕਿਹੜਾ ਸੀਗਾ ਇਹ ਨਹੀਂ ਪਤਾ ਹੋਣਾ। ਭਗਤ ਕਬੀਰ ਸਾਹਿਬ ਜੀ ਦਾ ਨਾਮ ਤੁਸੀਂ ਸੁਣਿਆ? ਭਗਤ ਕਬੀਰ ਸਾਹਿਬ ਵੇਲੇ ਕਿਹੜਾ ਰਾਜਾ ਸੀ ਨਹੀਂ ਪਤਾ ਹੋਏਗਾ। ਮੈਂ ਇਹ ਬੇਨਤੀ ਕਰ ਰਿਹਾ, ਆਪਾਂ ਇਹ ਨਹੀਂ ਕਿ ਅਸੀਂ ਹੁਣ ਉਹਨੂੰ ਪੜ੍ਹਨ ਵਾਸਤੇ ਜਾਂ ਜਾਣਨ ਵਾਸਤੇ ਤੁਰ ਪੈਣਾ, ਪਰ ਇੱਕ ਗੱਲ ਇਹ ਹੈ ਭਗਤ ਨਾਮਦੇਵ ਜੀ ਉਸ ਵੇਲੇ ਆਪਣੇ ਹੱਥ ਦੀ ਕਿਰਤ ਕਰ ਰਹੇ ਨੇ। ਭਗਤ ਰਵਿਦਾਸ ਸਾਹਿਬ ਜੀ ਉਸ ਵੇਲੇ ਜੁੱਤੀਆਂ ਗੰਢਨੇ ਤੇ ਰਾਜਾ ਜਿਹੜਾ ਹੈ ਸੋਨੇ ਦੇ ਸਿੰਘਾਸਨਾਂ ਤੇ ਬਹਿੰਦਾ ਸੀ ਉਸ ਵੇਲੇ। ਭਗਤ ਰਵਿਦਾਸ ਸਾਹਿਬ ਜੀ ਤੇ ਆਏ ਗਏ ਦੀ ਜੁੱਤੀ ਗੰਢਦੇ ਨੇ, ਕੁਝ ਕੁ ਮਾਇਆ ਬਣਦੀ ਹੈ, ਆਪਣਾ ਗੁਜ਼ਾਰਾ ਕਰ ਲੈਂਦੇ ਨੇ। ਪਰ ਜਿਹੜਾ ਰਾਜਾ ਹੈ ਉਹ ਲੋਕਾਂ ਨੂੰ ਦਾਨ ਵੀ ਦਿੰਦਾ, ਬੜਾ ਕੁਝ ਕਰਦਾ ਉਹ ਰਾਜਾ, ਦਿਖਾਵਾ ਵੀ ਕਰਦਾ, ਕੁਝ ਦਿਲੋਂ ਕਰਦਾ ਹੈ। ਪਰ ਉਹ ਰਾਜੇ ਦਾ ਨਾਮ ਸਾਨੂੰ ਨਹੀਂ ਪਤਾ, ਤੇ ਪਰ ਜਿਹਨੇ ਨਾਮ ਜਪਿਆ ਉਹਦਾ ਨਾਮ ਸਾਨੂੰ ਬਾਖੂਬੀ ਪਤਾ ਹੈ। ਮਹਾਰਾਜ ਕਹਿੰਦੇ ਇਹੋ ਫਰਕ ਹੈ ਨਾਮ ਜਪਣ ਵਾਲੇ ਦੇ ਵਿੱਚ ਔਰ ਮਾਇਆਧਾਰੀ ਮਨੁੱਖ ਦੇ ਵਿੱਚ। ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹਰੋਲ ਘਚੋਲਾ। ਮਹਾਰਾਜ ਜੀ ਕਹਿੰਦੇ ਨੇ ਜਿਹੜਾ ਮਾਇਆਧਾਰੀ ਮਨੁੱਖ ਹੈ ਨਾ, ਮਹਾਰਾਜ ਕਹਿੰਦੇ ਉਹ ਮਨੁੱਖ ਹੈ ਜਿਹੜਾ ਉਹ ਸੁਰਤ ਕਰਕੇ ਕਮਲਾ ਵਾਂਗੂ ਹੋ ਜਾਂਦਾ ਹੈ। ਉਹਨੂੰ ਹਰ ਪਾਸੇ ਮਨੀ ਮਾਈਂਡਡ ਜਦੋਂ ਮਨੁੱਖ ਹੋ ਜਾਂਦਾ ਹੈ, ਉਹ ਹਰ ਪਾਸੇ ਆਪਣਾ ਕਾਰਜ ਕਾਰੋਬਾਰ ਇਦਾਂ ਦਾ ਕੁਝ ਹੀ ਵੇਖਦਾ ਹੈ। ਪਰ ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਰਸ ਦੇ ਵਿੱਚ ਆ ਜਾਂਦਾ ਹੈ, ਨਾਮ ਰਸ ਦੇ ਵਿੱਚ ਆਉਣ ਵਾਲਾ ਮਨੁੱਖ ਜੀਵਨ ਜਿਉਣਾ ਨਹੀਂ ਛੱਡ ਦਿੰਦਾ, ਬਸ ਉਹਦੇ ਜੀਵਨ ਜਿਉਣ ਦਾ ਢੰਗ ਬਦਲ ਜਾਂਦਾ ਹੈ। ਕਿਸੇ ਭਗਤ, ਕਿਸੇ ਸੰਤ ਮਹਾਂਪੁਰਖ, ਕਿਸੇ ਗੁਰੂ ਨੇ, ਕਿਸੇ ਫਕੀਰ ਨੇ ਜੀਵਨ ਜਿਉਣਾ ਨਹੀਂ ਛੱਡਿਆ, ਸਿਰਫ ਜ਼ਿੰਦਗੀ ਜਿਉਣ ਦਾ ਢੰਗ ਬਦਲ ਗਿਆ ਉਹਨਾਂ ਦਾ। ਦੁਨੀਆ ਆਪਣੇ ਵਾਸਤੇ ਜਿਉਂਦੀ ਹੈ, ਦੁਨੀਆ ਆਪਣੇ ਵਾਸਤੇ ਇਕੱਤਰ ਕਰਦੀ ਹੈ, ਪਰ ਸੰਤ ਭਗਤ ਹਰ ਨਾਮ ਅਰਾਧਾ ਕਟਿਆ ਜਮ ਕੀ ਫਾਸੀ ਰਾਮ। ਉਹ ਆਪ ਵੀ ਜਪਦੇ ਨੇ, ਆਪ ਜਪੈ ਅਵਰਹ ਨਾਮ ਜਪਾਵੈ। ਮਹਾਰਾਜ ਕਹਿੰਦੇ ਨੇ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ
ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਮਹਾਰਾਜ ਕਹਿੰਦੇ ਬਸ ਇਹੋ ਫਰਕ ਹੈ, ਇੱਕ ਆਪਣੇ ਆਪ ਨੂੰ ਵਡਿਆਉਣ ਵਾਸਤੇ ਜਪਦਾ ਹੈ, ਤੇ ਮਹਾਰਾਜ ਕਹਿੰਦੇ ਪਰ ਜਿਹੜਾ ਨਾਮ ਹੈ ਨਾ, ਨਾਮ ਉਹਦੇ ਵਾਸਤੇ ਜਿਹੜਾ ਨਾਮ ਪਰਮੇਸ਼ਰ ਦਾ ਹੈ, ਜਿਹੜਾ ਗੁਰੂ ਨਿਰੰਕਾਰ ਅਕਾਲ ਪੁਰਖ ਦਾ ਨਾਮ ਹੈ, ਜਦੋਂ ਉਸ ਉਹ ਮਨੁੱਖ ਉਸ ਨੂੰ ਜਪਦਾ ਹੈ ਨਾ, ਤੇ ਮਹਾਰਾਜ ਕਹਿਣ ਲੱਗੇ ਜਿੱਥੇ ਜਿੱਥੇ ਨਿਰੰਕਾਰ ਦਾ ਨਾਮ ਲਿਆ ਜਾਏਗਾ ਉੱਥੇ ਉੱਥੇ ਉਸ ਮਨੁੱਖ ਦੀ ਮਹਿਮਾ ਹੋ ਜਾਣੀ ਲਾਜ਼ਮੀ ਹੋ ਜਾਂਦੀ ਹੈ। ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖ ਬੜੀ ਕਰਨੀ ਦੇ ਮਾਲਕ ਹੋਏ ਨੇ। ਨਾਮ ਜਪਣ ਵਾਲੇ, ਬੰਦਗੀ ਵਾਲੀਆਂ ਬਹੁਤ ਐਸੀਆਂ ਰੂਹਾਂ ਹੋਈਆਂ ਨੇ। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ, ਚਲੋ ਸਮੇਂ ਦੇ ਅਨੁਸਾਰ ਉਹਨਾਂ ਦੇ ਨਾਮ ਦੇ ਉੱਪਰ ਚੱਲ ਰਹੇ ਸਥਾਨਾਂ ਵਿੱਚ ਅੱਜ ਦੇ ਸਮੇਂ ਵਿੱਚ ਆਪਾਂ ਕੁਝ ਨਹੀਂ ਕਹਿ ਸਕਦੇ, ਪਰ ਆਪਾਂ ਉਹਨਾਂ ਮਹਾਂਪੁਰਖਾਂ ਦੀ ਗੱਲ ਕਰ ਸਕਦੇ ਹਾਂ ਵੀ ਉਹਨਾਂ ਨੇ ਆਪਣਾ ਜੀਵਨ ਕਿੱਦਾਂ ਦਾ ਹੰਢਾਇਆ। ਕੋਈ ਆਖੇ ਵੀ ਤੁਸੀਂ ਨਾਂ ਲਿਆ ਸੀ ਜੀ ਉੱਥੇ, ਤਾਂ ਅੱਜ ਦੀ ਗੱਲ ਨਹੀਂ, ਅੱਜ ਬਾਬਾ ਆਨੰਦ ਸਿੰਘ ਵੀ ਹੈ ਨਹੀਂ ਉੱਥੇ। ਜੇ ਕੋਈ ਆਖੇ ਨਾ ਤੁਸੀਂ ਬਾਬਾ ਆਨੰਦ ਸਿੰਘ ਦੀ ਗੱਲ ਕੀਤੀ, ਨਾਨਕਸਰ ਤੇ ਇਦਾਂ, ਨਾਨਕਸਰ ਅੱਜ ਦੀ ਮੈਂ ਗੱਲ ਨਹੀਂ ਕਰ ਰਿਹਾ, ਮੈਂ ਬਾਬਾ ਆਨੰਦ ਸਿੰਘ ਦੇ ਵੇਲੇ ਦੀ ਗੱਲ ਕਰ ਰਿਹਾ, ਅੱਜ ਉਹ ਹੈ ਨਹੀਂ। ਅੱਜ ਮਸਤਵਾਣਾ ਸਾਹਿਬ ਵਿੱਚ ਹੋਰ ਕੁਝ ਵੀ ਹੁੰਦਾ ਰਹੇ, ਜੇ ਅੱਜ ਆਖੋ ਜੀ ਤੁਸੀਂ ਸੰਤ ਅਤਰ ਸਿੰਘ ਜੀ ਦੀ ਉਦਾਹਰਨ ਦਿੱਤੀ ਸੀ, ਅੱਜ ਉੱਥੇ ਸੰਤ ਅਤਰ ਸਿੰਘ ਜੀ ਵੀ ਹੈ ਨਹੀਂ। ਅੱਜ ਆਪਣੇ ਸਥਾਨਾਂ ਦੇ ਉੱਪਰ ਸੰਤ ਈਸ਼ਰ ਸਿੰਘ ਜੀ ਵੀ ਹੈ ਨਹੀਂ। ਜਿਹੜੇ ਜਦੋਂ ਮਹਾਂਪੁਰਖ ਕੋਈ ਕਰਨੀ ਕਰਦਾ ਹੈ ਨਾ, ਜਿਵੇਂ ਇਹ ਸਿਰਫ ਉਸੇ ਤਰੀਕੇ, ਬਿਲਕੁਲ ਉਸੇ ਤਰੀਕੇ ਹੁੰਦਾ ਜਿਵੇਂ ਕੋਈ ਮਿਹਨਤ ਕਰਕੇ ਅਮੀਰ ਬਣਿਆ ਹੋਵੇ। ਮਿਹਨਤ ਕਰਕੇ ਕੋਈ ਬੰਦਾ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਿਆ ਹੋਵੇ, ਉਹ ਅਰਬਾਂਪਤੀ, ਖਰਬਾਂਪਤੀ, ਨੀਲਾਂਪਤੀ, ਹੰਸਾਂਪਤੀ, ਮਿਲੀਅਨ ਟ੍ਰਿਲੀਅਨ ਡਾਲਰ ਹੋ ਜਾਣ, ਉਸ ਕੋਲੇ ਉੱਠਿਆ ਗਰੀਬੀ ਤੋਂ ਹੋਵੇ, ਉਸ ਬੰਦੇ ਨੂੰ ਤੇ ਕੀਮਤ ਪਤਾ ਹੁੰਦੀ ਹੈ ਵੀ ਮੇਰੀ ਮਿਹਨਤ, ਮੇਰੀ ਤਰੱਕੀ ਦੀ ਕੀਮਤ ਕੀ ਹੈ। ਹੁਣ ਜਿਹੜੇ ਉਹਦੇ ਅੱਗੇ ਬੱਚੇ ਨੇ, ਉਹਨਾਂ ਨੂੰ, ਉਹ ਤਾਂ ਜੰਮਦੇ ਹੀ ਅਮੀਰ ਪੈਦਾ ਹੋਏ ਨੇ ਨਾ, ਸਮਝੋ ਮੇਰੀ ਗੱਲ ਨੂੰ। ਜਿਹੜੇ ਉਸ ਦੇ ਬੱਚੇ ਨੇ ਉਹ ਇੰਨੀ ਕਦਰ ਪੈਸੇ ਦੀ ਨਹੀਂ ਕਰ ਸਕਣਗੇ ਜਿੰਨੀ ਉਸ ਕਮਾਉਣ ਵਾਲੇ ਨੇ ਕੀਤੀ ਹੋਈ ਹੈ। ਜਿੰਨੀ ਉਹ ਕਮਾਉਣ ਵਾਲੇ ਨੇ ਪੈਸੇ ਦੀ ਕਦਰ ਕੀਤੀ ਹੈ, ਭਾਵੇਂ ਉਹਦੇ ਕੋਲੇ ਘੱਟ ਵੱਧ ਜਿੰਨੇ ਵੀ ਨੇ। ਹੁਣ ਜਿਹੜੇ ਅੱਗੇ ਬੱਚੇ ਆਉਂਦੇ ਨੇ ਉਹਨਾਂ ਨੂੰ ਤੇ ਸਾਰਾ ਕੁਝ ਮੁਫਤ ਹੀ ਮਿਲਿਆ ਹੋਇਆ, ਉਹ ਉਦਾਂ ਦੀ ਕਦਰ ਨਹੀਂ ਕਰ ਪਾਉਂਦੇ। ਇਸ ਕਰਕੇ ਦੁਨੀਆ ਵਿੱਚ ਆਪਾਂ ਆਮ ਉਦਾਹਰਨਾਂ ਦਿੰਨੇ ਆ ਵੀ ਪਿਓ ਨੇ ਕਾਰੋਬਾਰ ਬੜਾ ਚੰਗਾ ਸਾਂਭਿਆ ਸੀ ਪਰ ਪੁੱਤੇ ਦੇ ਅਗਾਂਹ ਲਾਇਕ ਨਹੀਂ ਨਿਕਲੇ, ਕੁਝ ਇਦਾਂ ਦਾ ਹੀ ਹੋ ਜਾਂਦਾ ਹੈ। ਉਹ ਸੱਤ ਮਹਾਂਪੁਰਖਾਂ ਨੇ ਨਾਮ ਜਪ ਕੇ ਐਸਾ ਆਪਣਾ ਜ਼ਿੰਦਗੀ ਦਾ ਸਿਰੜ ਕਾਇਮ ਕੀਤਾ ਕਿ ਜਦੋਂ ਉਹਨਾਂ ਨੂੰ ਕੋਈ ਵੇਖਦਾ ਸੀ, ਆਪ ਮੁਹਾਰੇ ਆਪਣੀ ਜ਼ੁਬਾਨੋਂ ਕਹਿ ਦਿੰਦਾ ਸੀ ਸਤਨਾਮ ਸ਼੍ਰੀ ਵਾਹਿਗੁਰੂ। ਪਰ ਕਈ ਵਾਰੀ ਅਨਿਆਈ ਜਿਹੜੇ ਹੁੰਦੇ ਨੇ, ਸ਼ਰਧਾਵਾਨ ਨਾਲ ਜੁੜੇ ਹੋਏ ਹੁੰਦੇ ਨੇ, ਉਹ ਉਸ ਤਰੀਕੇ ਨਹੀਂ ਸਾਂਭ ਪਾਉਂਦੇ। ਬੜੇ ਸਤ ਮਹਾਂਪੁਰਖ ਹੋਏ ਨੇ ਜਿਨ੍ਹਾਂ ਦਾ ਦੇਣਾ ਪੰਥ ਨੂੰ ਬਹੁਤ ਵੱਡਾ ਹੈ। ਗਿਆਨੀ ਗੁਰਬਚਨ ਸਿੰਘ ਜੀ ਸਤ ਮਹਾਂਪੁਰਖ ਭਿੰਡਰਾਂ ਵਾਲੇ, ਗਿਆਨੀ ਠਾਕੁਰ ਸਿੰਘ ਜੀ, ਸੰਤ ਕਰਤਾਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਕਿਤਨੇ ਸਤ ਮਹਾਂਪੁਰਖ ਹੋਏ ਨੇ ਸੰਸਾਰ ਦੇ ਉੱਪਰ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਇੱਕ ਉਹ ਮਨੁੱਖ ਹੈ ਜਿਹੜਾ ਪੈਸੇ ਦੇ ਨਾਲ ਆਪਣੇ ਨਾਮ ਨੂੰ ਚਮਕਾਉਣਾ ਚਾਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਉਹ ਮਨੁੱਖ ਹੈ ਜਿਹੜਾ ਨਾਮ ਦੇ ਨਾਲ ਆਪਣੇ ਆਪ ਨੂੰ, ਆਪਣੀ ਸੁਰਤ ਨੂੰ ਜੋੜ ਰੱਖਿਆ ਹੈ। ਉਦਾਹਰਨ ਦੇ ਤੌਰ ਤੇ ਇੱਕ ਵਾਰਤਾ ਗੁਰੂ ਕੇ ਪਿਆਰੇ ਸਰਵਣ ਕਰਾਉਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ। ਕਹਿੰਦੇ ਕੋਈ ਸਾਧੂ ਮਹਾਂਪੁਰਖ ਅਗੰਮੀ ਦੇਸ਼ ਤੋਂ ਆ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਹਮਾਊਂ ਪੰਖੀ ਦੇ ਖੰਭ ਭੇਟ ਕਰ ਗਿਆ। ਹਮਾਊਂ ਪੰਖੀ ਉਹ ਪੰਖੀ ਹੈ ਜਿਹੜਾ ਜਿੱਥੇ ਧਰਤੀ ਦਾ ਗੁਰਤਵਾਕਰਸ਼ਣ ਬਲ ਹੈ, ਜਿਹੜਾ ਗ੍ਰੈਵਿਟੀ ਖਤਮ ਹੋ ਜਾਂਦੀ ਹੈ, ਉੱਥੇ ਉਹ ਪੰਛੀ ਉੱਡਦਾ ਹੈ, ਉਹ ਇੱਥੇ ਧਰਤੀ ਤੇ ਨਹੀਂ ਆਉਂਦਾ। ਇਹ ਸਤਵਾਂ ਪੁਰਖਾਂ ਦੀ ਸੁਣਾਈ ਹੋਈ ਬਾਤ ਹੈ। ਤੇ ਕਹਿਣ ਲੱਗੇ ਉਹਦੇ ਖੰਭ ਲੈ ਕੇ ਆਏ ਅਗੰਮੀ ਦੇਸ਼ ਦੇ ਵਿੱਚ, ਅਗੰਮੀ ਦੇਸ਼ ਦਾ ਪੰਛੀ, ਉਹਦੇ ਖੰਭ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਭੇਟ ਕਰ ਦਿੱਤੇ।
ਇਨ ਦਾ ਮੀਨ ਟਾਈਮ ਉਸੇ ਵੇਲੇ ਸੰਗਤ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਸੀ, ਗੱਲ ਚੱਲ ਰਹੀ ਸੀ, ਸੰਗਤ ਮਹਾਰਾਜ ਜੀ ਦੇ ਸਨਮੁਖ ਸਵਾਲ ਕਰ ਰਹੀ ਸੀ, ਪਾਤਸ਼ਾਹ ਬਾਣੀ ਪੜ੍ਹਨ ਦਾ ਕੀ ਲਾਭ ਹੁੰਦਾ ਹੈ? ਬਾਣੀ ਪੜ੍ਹ ਕੇ ਮਨੁੱਖ ਕਿੱਥੇ ਚਲਿਆ ਜਾਂਦਾ ਹੈ? ਬਾਣੀ ਪੜ੍ਹ ਕੇ ਮਨੁੱਖ ਕਿੱਥੋਂ ਦੀ ਉਡਾਰੀ ਲਾ ਲੈਂਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਮਝਾ ਦਿੰਦੇ ਆ, ਕੋਈ ਵੱਡੀ ਗੱਲ ਨਹੀਂ ਆ, ਸਮਝ ਜਾਣਾ ਤੁਸੀਂ। ਮਹਾਰਾਜ ਜੀ ਕਹਿਣ ਲੱਗੇ ਉਸ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਖੇਡ ਖੇਡਦੇ ਹਾਂ, ਫਿਰ ਉਦੋਂ ਬਾਅਦ ਮੈਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਦਿਆਂਗਾ। ਖੇਡ ਕੀ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਧਨੁੱਖ, ਆਪਣੀ ਕਮਾਨ ਤੇ ਤੀਰ ਮੰਗਾਏ ਤੇ ਸਿੱਖਾਂ ਨੂੰ, ਸੇਵਾਦਾਰਾਂ ਨੂੰ ਹੁਕਮ ਕੀਤਾ, ਆਹ ਜਿਹੜੇ ਖੰਭ ਨੇ ਨਾ, ਖੰਭ ਪਏ ਨੇ, ਮਹਾਰਾਜ ਕਹਿੰਦੇ ਇਸ ਖੰਭ ਨੂੰ, ਇੱਕ ਇੱਕ ਖੰਭ ਨੂੰ ਇੱਕ ਇੱਕ ਤੀਰ ਦੇ ਨਾਲ ਬੰਨ੍ਹ ਦਿਓ। ਮਹਾਰਾਜ ਜੀ ਦਾ ਹੁਕਮ ਪ੍ਰਾਪਤ ਕੀਤਾ, ਕਰ ਦਿੱਤਾ ਉਦਾਂ ਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਲਓ ਵੀ ਸੰਗਤੋ, ਗੁਰੂ ਕੇ ਪਿਆਰਿਓ, ਹੁਣ ਆਪਾਂ ਇਸ ਤੀਰ ਨੂੰ ਚਲਾਉਣਾ ਤੇ ਉਸ ਸਿੱਖ ਤੇ ਮੇਰੀ ਵਧੇਰੇ ਖੁਸ਼ੀ ਹੋਏਗੀ ਜਿਹੜਾ ਇਸ ਤੀਰ ਨੂੰ ਲੱਭ ਕੇ ਮੇਰੇ ਕੋਲੇ ਵਾਪਸ ਲੈ ਆਏਗਾ। ਹੁਣ ਸਾਰਿਆਂ ਨੇ ਆਪਣਾ ਧਿਆਨ ਕੇਂਦਰਿਤ ਕਰ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਗੂਠੇ ਵੱਲ। ਅੰਗੂਠੇ ਤੋਂ ਤੀਰ ਨੇ ਨਿਕਲਣਾ ਸੀ, ਕਮਾਨ ਤੋਂ ਨਿਕਲਣਾ, ਭਾਵ ਕਿ ਹੱਥ ਵੱਲ, ਮਹਾਰਾਜ ਜੀ ਦੇ ਵੱਲ ਪੂਰਾ ਧਿਆਨ ਕਰ ਲਿਆ। ਬਹੁਤ ਸਿੱਖਾਂ ਨੇ ਨਿਗਾਹ ਤੇਜ਼ ਦੇ ਨਾਲ ਉਸ ਤੀਰ ਨੂੰ ਵੇਖਣਾ ਕੀਤਾ ਵੀ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕਰਾਂਗੇ। ਜਦੋਂ ਮਹਾਰਾਜ ਨੇ ਸਾਰਿਆਂ ਦੇ ਸਾਹਮਣੇ ਕਹਿ ਹੀ ਦਿੱਤਾ, ਕੋਈ ਸੋਚਦਾ ਮੈਂ ਜਲਦੀ ਭੱਜ ਕੇ ਤੇਜ਼ ਚਲਾ ਜਾਵਾਂਗਾ, ਕੋਈ ਸੋਚਦਾ ਮੈਂ ਚਲਾ ਜਾਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਨੂੰ ਆਖਿਆ, ਤਿਆਰ ਬਰ ਤਿਆਰ ਹੋਏ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਤੀਰ ਛੱਡ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਤੀਰ ਛੱਡਿਆ। ਕੁਝ ਕੁ ਭੱਜ ਗਏ ਵੇਖਣ ਵਾਸਤੇ, ਲੱਭਣ ਵਾਸਤੇ। ਕੁਝ ਨੇ ਸੋਚਿਆ ਵੀ ਮਹਾਰਾਜ ਅਗਲਾ ਤੀਰ ਚਲਾਉਣਗੇ, ਆਪਾਂ ਇਹਨੂੰ ਲੱਭ ਕੇ ਲਿਆਵਾਂਗੇ। ਇਦਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੇ ਤੀਰ ਲੱਭੇ, ਸਾਰੇ ਵਾਰੋ ਵਾਰੀ ਮਹਾਰਾਜ ਜੀ ਦੇ ਛੱਡੇ ਤੀਰਾਂ ਨੂੰ ਲੱਭਣ ਵਾਸਤੇ, ਵਾਪਸ ਲੈ ਕੇ ਆਉਣ ਵਾਸਤੇ ਦੌੜੇ ਤੇ ਕਹਿਣ ਲੱਗੇ, ਕਈ ਘੰਟਿਆਂ ਦੀ ਮਿਹਨਤ ਕੀਤੀ, ਬੜੀ ਕਿਲੋਮੀਟਰ ਦੂਰ ਤੱਕ ਉਹਨਾਂ ਨੇ ਦੇਖਿਆ। ਕਈਆਂ ਨੇ ਅੰਦਾਜ਼ਾ ਲਾਇਆ ਵੀ ਇੱਥੇ ਹੀ ਤੇ ਛੱਡਿਆ ਸੀ, ਕੋਈ ਇੰਨਾ ਖਿੱਚਿਆ ਨਹੀਂ ਸੀ ਮਹਾਰਾਜ ਜੀ ਨੇ, ਫੇਰ ਵੀ ਤੀਰ ਕਿਉਂ ਨਹੀਂ ਲੱਭ ਰਿਹਾ? ਬੜਿਆਂ ਨੇ ਦਰਖਤਾਂ ਨੂੰ ਵੇਖਿਆ, ਇੱਧਰ ਉੱਧਰ ਵੇਖਿਆ, ਸਾਰਾ ਕੁਝ ਥੱਕ ਹਾਰ ਕੇ ਗੁਰੂ ਪਾਤਸ਼ਾਹ ਜੀ ਕੋਲੇ ਵਾਪਸ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਨਿੱਕਾ ਜਿਹਾ ਸਵਾਲ ਪੁੱਛਿਆ ਸੀ, ਚੰਗੀ ਖੇਡ ਵਿੱਚ ਤੁਸੀਂ ਸਾਨੂੰ ਲਾਇਆ, ਕਈ ਘੰਟੇ ਲੰਘਾ ਦਿੱਤੇ ਸਾਡੇ ਤੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਨੂੰ ਪੁੱਛਿਆ, ਮਿਲਿਆ ਬਈ ਕਿਸੇ ਨੂੰ ਤੀਰ? ਉਹਦੇ ਉੱਤੇ ਮੈਂ ਆਪਣੀ ਵਿਸ਼ੇਸ਼ ਖੁਸ਼ੀ ਪ੍ਰਗਟ ਕਰਾਂ, ਹੈ ਕੋਈ ਐਸਾ ਜਿਹੜਾ ਤੀਰ ਲੱਭ ਕੇ ਲਿਆਇਆ ਹੋਵੇ? ਸਭ ਨੇ ਨਮੋਸ਼ੀ ਭਰਿਆ ਜਵਾਬ ਦਿੱਤਾ, ਨਹੀਂ ਪਾਤਸ਼ਾਹ, ਕੋਈ ਐਸਾ ਨਹੀਂ ਹੈ ਜਿਹੜਾ ਤੀਰ ਲੱਭ ਕੇ ਲਿਆਇਆ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਇਹ ਤੀਰ ਤੁਹਾਨੂੰ ਲੱਭਣਾ ਵੀ ਨਹੀਂ ਸੀ, ਕਿਉਂਕਿ ਇਹ ਤੀਰ ਧਰਤੀ ਤੇ ਡਿੱਗਿਆ ਹੀ ਨਹੀਂ। ਸਾਰੇ ਹੈਰਾਨ ਹੋਏ, ਮਹਾਰਾਜ ਐਸਾ ਕੀ ਸੀ ਤੀਰ ਦੇ ਵਿੱਚ? ਐਸੀ ਕਿਹੜੀ ਆਪਨੇ ਅਜਮਤ ਕੌਤਕ ਵਰਤਾ ਦਿੱਤਾ ਕਿ ਤੀਰ ਧਰਤੀ ਤੇ ਨਹੀਂ ਡਿੱਗਿਆ? ਅੱਗੇ ਤੀਰ ਚਲਾਉਂਦੇ ਸੀ ਤੇ ਧਰਤੀ ਦੇ ਉੱਪਰ ਡਿੱਗਦਾ ਸੀ, ਚੁੱਕ ਕੇ ਲੈ ਕੇ ਆਉਂਦੇ ਸੀ ਆਪ ਜੀ ਕੋਲੇ ਵਾਪਸ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੀਰ ਚਲਾਉਣ ਤੋਂ ਪਹਿਲਾਂ ਉਹਦੇ ਨਾਲ ਜਿਹੜੇ ਆਪਾਂ ਖੰਭ ਬੰਨੇ ਸੀ, ਉਹ ਖੰਭ ਸੀ ਹਮਾਊਂ ਪੰਛੀ ਦੇ। ਉਹ ਹਮਾਊਂ ਪੰਛੀ ਅਗੰਮੀ ਦੇਸ਼ ਦਾ ਵਾਸੀ ਹੈ, ਜਿੱਥੋਂ ਦੀਆਂ ਤੁਸੀਂ ਸਿਰਫ ਗੱਲਾਂ ਸੁਣ ਸਕਦੇ ਹੋ, ਉਸ ਨੂੰ ਆਪਣੇ ਚਿੱਤ ਦੇ ਵਿੱਚ ਵਸਾਉਣੀਆਂ ਵੀ ਔਖੀਆਂ ਨੇ, ਉੱਥੇ ਜਾਣਾ ਤੇ ਬੜੀ ਦੂਰ ਦੀ ਗੱਲ ਹੈ। ਤੇ ਮਹਾਰਾਜ ਜੀ ਕਹਿਣ ਲੱਗੇ, ਉਹ ਖੰਭਾਂ ਦੇ ਵਿੱਚ ਇੰਨੀ ਤਾਕਤ ਸੀ, ਇੰਨੀ ਤਾਕਤ ਸੀ ਕਿ ਉਹ ਮੇਰੇ ਛੱਡੇ ਹੋਏ ਤੀਰਾਂ ਨੂੰ, ਜਿਹੜੇ ਦੇਸ਼ ਦੇ ਖੰਭ ਸੀ, ਉਸੇ ਦੇਸ਼ ਉਹਨਾਂ ਨੂੰ ਲੈ ਕੇ ਚਲੇ ਗਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉੱਥੇ ਨਾ ਮਹਾਰਾਜ ਜੀ ਦੇ ਕੋਲੇ ਸਿੰਘਾਂ ਦਾ ਪਿਆਰ ਬੜਾ ਹੁੰਦਾ ਸੀ। ਮਹਾਰਾਜ ਜੀ ਦੇ ਨਾਲ ਜਿੱਦਾਂ ਹੁਣ ਆਪਾਂ ਅਦਬ ਕਰਦੇ ਹਾਂ, ਮਹਾਰਾਜ ਜੀ ਦਾ ਅਦਬ ਦੇ ਨਾਲ ਜਿਹੜਾ ਹੈ ਇੱਕ ਪਿਆਰ ਹੁੰਦਾ ਹੈ, ਇੱਕ ਤੇ ਡਰ ਹੁੰਦਾ ਮਨੁੱਖ ਨੂੰ। ਸਿੱਖਾਂ ਨੂੰ ਡਰ ਵੀ ਸੀ, ਪਿਆਰਾ ਡਰ ਸੀ, ਮਿੱਠਾ ਡਰ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੜੇ ਪਿਆਰ ਦੇ ਨਾਲ, ਬੜੇ ਹੱਕ ਦੇ ਨਾਲ ਮਹਾਰਾਜ ਜੀ ਨੂੰ ਸਵਾਲ ਕਰ ਦਿੰਦੇ ਹੁੰਦੇ, ਕਈ ਵਾਰੀ ਗੱਲ ਮੋੜ ਕੇ ਵੀ ਕਹਿ ਦਿੰਦੇ ਹੁੰਦੇ ਸਿੰਘ, ਇੰਨੇ ਪਿਆਰ ਵਾਲੇ ਸੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੰਘ ਹੱਸ ਕੇ ਕਹਿਣ ਲੱਗੇ, ਮਹਾਰਾਜ ਉਸੇ ਵੇਲੇ ਦੱਸ ਦਿੰਦੇ ਕਿਉਂ 7-8 ਘੰਟੇ ਭਜਾਇਆ ਸਾਨੂੰ, ਦੱਸੋ।
ਮਹਾਰਾਜ ਕਹਿਣ ਲੱਗੇ ਤੁਹਾਡੇ ਸਵਾਲ ਦਾ ਜਵਾਬ ਦੇਣ ਵਾਸਤੇ ਇਹ ਸਾਰਾ ਕੁਝ ਕੀਤਾ ਹੈ। ਮਹਾਰਾਜ ਕਹਿੰਦੇ ਤੁਸੀਂ ਸਵਾਲ ਭੁੱਲ ਗਏ ਕਿ ਯਾਦ ਹੈ? ਤੁਸੀਂ ਆਖਿਆ ਸੀ ਬਾਣੀ ਪੜਨ ਦੇ ਨਾਲ ਕੀ ਹੁੰਦਾ, ਬਾਣੀ ਕੀ ਕਰਦੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਮਹਾਰਾਜ ਜੀ ਕਹਿਣ ਲੱਗੇ ਇਹ ਬਾਣੀ ਲਿਖੀ ਇਸ ਦੁਨਿਆਵੀ ਕਾਗਜ਼ ਦੇ ਉੱਪਰ ਹੋਈ ਹੈ, ਪਰ ਇਹ ਸੱਚਖੰਡ ਦੀ ਬਾਣੀ ਹੈ। ਜਿਵੇਂ ਖੰਭ ਤੀਰਾਂ ਨੂੰ ਆਪਣੇ ਦੇਸ਼ ਲੈ ਗਏ, ਸੱਚ ਕਰਕੇ ਜਾਣਿਓ ਜਿਹੜਾ ਬਾਣੀ ਨੂੰ ਚਿੱਤ ਲਾ ਕੇ ਪੜ੍ਹੇਗਾ, ਬਾਣੀ ਉਸ ਸਿੱਖ ਨੂੰ ਆਪਣੇ ਦੇਸ਼ ਸੱਚਖੰਡ ਦੇ ਵਿੱਚ ਲੈ ਕੇ ਚਲੀ ਜਾਏਗੀ। ਮਹਾਰਾਜ ਜੀ ਕਹਿੰਦੇ ਇਹ ਉਦਾਹਰਨ ਦੇ ਤੌਰ ਦੇ ਉੱਤੇ ਤੁਹਾਨੂੰ ਸਮਝਾਇਆ ਹੈ। ਇਹ ਬਾਣੀ ਦੀ ਇਹ ਤਾਕਤ ਹੈ, ਜਿਹੜਾ ਸਿੱਖ ਬਾਣੀ ਨੂੰ ਪੜ੍ਹੇਗਾ। ਹੁਣ ਤੁਹਾਡੀ ਆਪਣੀ ਇੱਛਾ ਹੈ ਤੁਸੀਂ ਬਾਣੀ ਨੂੰ ਕਿਸ ਤਰੀਕੇ ਪੜ੍ਹ ਰਹੇ ਹੋ, ਤੁਸੀਂ ਬਾਣੀ ਨੂੰ ਕੀ ਸੋਚ ਕੇ ਪੜ੍ਹ ਰਹੇ ਹੋ। ਤੁਸੀਂ ਮਹਾਰਾਜ ਦੀ ਬਾਣੀ ਨੂੰ ਕਿਤੇ ਮੰਤਰ ਸੋਚ ਕੇ ਤੇ ਨਹੀਂ ਪੜ੍ਹ ਰਹੇ, ਰਾਤ ਨੂੰ ਡਰੇ ਤੇ ਨਾਲ ਦੀ ਨਾਲ ਉੱਠ ਕੇ ਓਂਕਾਰ ਤੋਂ ਲੈ ਕੇ ਤੁਸੀਂ ਮੂਲ ਮੰਤਰ ਜਪਣ ਲੱਗ ਪਏ। ਤੁਸੀਂ ਕੀ ਸਮਝਦੇ ਹੋ ਬਾਣੀ ਬਾਰੇ? ਪਹਿਲਾਂ ਇਸ ਗੱਲ ਦਾ ਆਪਣੇ ਚਿੱਤ ਦੇ ਵਿੱਚ ਇੱਕ ਜਵਾਬ ਪ੍ਰਗਟ ਕਰੋ। ਤੁਸੀਂ ਬਾਣੀ ਨੂੰ ਕੀ ਸੋਚਦੇ ਹੋ? ਇੱਕ ਮੰਤਰ ਹੈ, ਇੱਕ ਤੰਤਰ ਹੈ, ਜਾਂ ਇੱਕ ਜੰਤਰ ਹੈ? ਤਿੰਨ ਤਰ੍ਹਾਂ ਦੇ ਸ਼ਬਦ ਹੁੰਦੇ ਨੇ, ਮੰਤਰ, ਤੰਤਰ, ਜੰਤਰ। ਤੁਸੀਂ ਕੀ ਸਮਝਦੇ ਹੋ ਬਾਣੀ ਨੂੰ, ਕੀ ਸੋਚਦੇ ਹੋ ਬਾਣੀ ਬਾਰੇ? ਮਹਾਰਾਜ ਜੀ ਦੀ ਗੁਰਬਾਣੀ ਬਾਰੇ ਜੋ ਮਨੁੱਖ ਕੀ ਸੋਚ ਰਿਹਾ ਪਤਾ ਨਹੀਂ। ਕੋਈ ਆਪਣੀ ਭਾਵਨਾ ਪੂਰੀ ਕਰਨ ਵਾਸਤੇ, ਮੈਂ ਫੇਰ ਬੇਨਤੀ ਕਰਾਂ, ਕਿਸੇ ਦਾ ਜਪਜੀ ਨਾਲ ਪਿਆਰ ਨਹੀਂ ਹੈ, ਕਿਸੇ ਦਾ ਕੈਨੇਡਾ ਨਾਲ ਪਿਆਰ ਹੈ। ਯਾਦ ਰੱਖਿਓ, ਇੱਥੇ 5 ਵਾਰ ਦਿਨ ਵਿੱਚ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਕੈਨੇਡਾ ਜਾ ਕੇ ਇੱਕ ਵਾਰੀ ਵੀ ਨਹੀਂ ਕਰਦੇ। ਉੱਥੇ ਨਹੀਂ ਪੜੀ ਜਾਂਦੀ। ਕਿਉਂ? ਕਿਉਂਕਿ ਬਾਣੀ ਨਾਲ ਪਿਆਰ ਨਹੀਂ ਹੈ, ਸਿਰਫ ਜਹਾਜ਼ ਦੀਆਂ ਪੌੜੀਆਂ ਨਾਲ ਪਿਆਰ ਹੈ। ਵੀ ਮਹਾਰਾਜ ਉੱਥੇ ਤੱਕ ਲੈ ਜਾ, ਬਾਕੀ ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਕੋਈ ਇਸ ਕਰਕੇ ਪੜ ਰਿਹਾ ਵੀ ਮਹਾਰਾਜ ਮੇਰੀ ਵਿੱਦਿਆ ਪਾਸ ਕਰਾ ਦੀ, ਕੋਈ ਇਸ ਕਰਕੇ ਪੜ ਰਿਹਾ ਵੀ ਮਹਾਰਾਜ ਮੇਰੇ ਧੀਆਂ ਪੁੱਤਰਾਂ ਦੇ ਕਾਰਜ ਹੀ ਚੰਗੇ ਘਰੇ ਕਰਾ ਦੇ। ਅਸੀਂ ਬਾਣੀ ਨੂੰ ਕੀ ਸੋਚ ਕੇ ਪੜ ਰਹੇ ਹਾਂ, ਇਹ ਗੱਲ ਨਿਰਭਰ ਕਰਦੀ ਹੈ। ਹੁਣ ਕੋਈ ਆਖੇ ਵੀ ਅਜੇ ਤੱਕ ਤੇ ਗਿਆ ਨਹੀਂ ਜੀ ਕੋਈ ਸਾਡੇ ਚੋਂ ਸੱਚਖੰਡ, ਅਸੀਂ ਤੇ ਰੋਜ਼ ਨਿਤਨੇਮ ਕਰਦੇ ਹਾਂ। ਅਸੀਂ ਕੀ ਸੋਚ ਕੇ ਨਿਤਨੇਮ ਕਰ ਰਹੇ ਹਾਂ, ਇਹ ਗੱਲ ਨਿਰਭਰ ਕਰਦੀ ਹੈ ਨਾ। ਤੁਸੀਂ ਪਾਣੀ ਬਾਲਟੀ ਵਿੱਚ ਭਰਿਆ ਕਾਹਦੇ ਵਾਸਤੇ ਹੈ, ਇਹ ਨਿਰਭਰ ਕਰਦਾ ਹੈ। ਜੇ ਤੁਸੀਂ ਹੱਥ ਧੋ ਕੇ ਆਖੋਗੇ ਪਿਆਸ ਨਹੀਂ ਬੁਝੀ, ਨਹੀਂ ਬੁਝਣੀ। ਪੈਰ ਧੋ ਕੇ ਆਖੋ ਪਾਣੀ ਸੀ, ਨਹੀਂ ਬੁਝੀ, ਨਹੀਂ ਬੁਝਣੀ। ਨਹਾ ਕੇ ਆਖੋ ਪਿਆਸ ਬੁਝਣੀ ਸੀ, ਨਹੀਂ ਬੁਝਣੀ। ਹਾਂ, ਪਾਣੀ ਨੇ ਉੱਥੇ ਆਪਣਾ ਕੰਮ ਕਰਨਾ ਹੈ। ਇਹ ਵੀ ਯਾਦ ਰੱਖਿਓ। ਤੁਸੀਂ ਜੇ ਕੈਨੇਡਾ ਵਾਸਤੇ ਪੜ੍ਹ ਰਹੇ ਹੋ ਤੇ ਬਾਣੀ ਵਿੱਚ ਇਹ ਵੀ ਤਾਕਤ ਹੈ। ਇਹ ਨਠੱਲਿਆਂ ਨੂੰ ਵੀ ਸਾਰਾ ਕੁਝ ਦੇ ਦਿੰਦੀ ਮਹਾਰਾਜ ਦੀ ਬਾਣੀ, ਉਹ ਵੀ ਕਿਰਪਾ ਕਰ ਦੇਗੀ। ਪਰ ਜੇ ਤੁਸੀਂ ਆਖੋ ਮੈਨੂੰ ਸਬਰ ਤੇ ਸੰਤੁਸ਼ਟੀ ਨਹੀਂ ਮਿਲ ਰਹੀ, ਉਹ ਨਹੀਂ ਮਿਲਣੀ, ਕਿਉਂਕਿ ਸਬਰ ਤੇ ਸੰਤੁਸ਼ਟੀ ਵਾਸਤੇ ਤੂੰ ਅਜੇ ਤੱਕ ਬਾਣੀ ਪੜ੍ਹੀ ਨਹੀਂ। ਤੂੰ ਤੇ ਹੋਰ ਕੰਮਾਂ ਵਾਸਤੇ ਪੜ੍ਹ ਰਹੇ ਆ, ਉਹ ਤੇਰੇ ਕੰਮ ਮਹਾਰਾਜ ਪੂਰੇ ਕਰੀ ਜਾ ਰਹੇ ਨੇ, ਤੇ ਰੱਬ ਨਾਲ ਹੁਣ ਕਾਹਦਾ ਲਾਂਭਾ ਫਿਰ? ਜਿਸ ਦਿਨ ਤੂੰ ਜਪਜੀ ਸਾਹਿਬ ਦਾ ਪਾਠ ਇਹ ਸੋਚ ਕੇ ਕਰੇਗਾ ਵੀ ਇਹ ਅਕਾਲ ਪੁਰਖ ਮਹਾਰਾਜ ਸੱਚਾ ਪਾਤਸ਼ਾਹ ਅੱਜ ਕਿਸੇ ਚੀਜ਼ ਵਾਸਤੇ ਨਹੀਂ, ਅੱਜ ਸਿਰਫ ਤੇਰੇ ਵਾਸਤੇ ਹੀ ਮੈਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਫਿਰ ਮਹਾਰਾਜ ਤੁਹਾਡੇ ਤੇ ਕਿਰਪਾ ਕਰੇਗਾ। ਜਿਸ ਦਿਨ ਪਾਣੀ ਨੂੰ ਹੱਥ ਨਹੀਂ ਧੋਣੇ, ਪੈਰ ਨਹੀਂ ਧੋਣੇ, ਪਾਣੀ ਜਿਸ ਦਿਨ ਪੀਓਗੇ ਨਾ, ਉਸ ਦਿਨ ਪਾਣੀ ਪਿਆਸ ਬੁਝਾਏਗਾ। ਅਜੇ ਤੱਕ ਤੇ ਅਸੀਂ ਇਉਂ ਕਹਿ ਲਓ ਵੀ ਹੱਥ ਹੀ ਧੋ ਰਹੇ ਹਾਂ, ਅਜੇ ਤੇ ਪੈਰ ਹੀ ਧੋ ਰਹੇ ਹਾਂ, ਅਜੇ ਤੇ ਨਹਾ ਹੀ ਰਹੇ ਹਾਂ, ਅਜੇ ਤੇ ਅਸੀਂ ਇਹੋ ਕੁਝ ਕਰ ਰਹੇ ਹਾਂ। ਈਵਨ ਜਿਹੜੇ ਹੱਥ ਦੇ ਵਿੱਚ ਕੇਤਲੀ ਹੈ ਉਹ ਬੰਦਾ ਵੀ ਪਿਆਸਾ ਰਹਿ ਜਾਂਦਾ, ਕਿਉਂਕਿ ਉਹ ਦੂਜਿਆਂ ਨੂੰ ਤੇ ਰਜਾ ਦਿੰਦਾ, ਪਰ ਆਪ ਰਹਿ ਜਾਂਦਾ। ਲਾਈਕ ਮੀ, ਮੇਰੇ ਵਰਗਾ, ਮੈਂ ਕੇਤਲੀ ਫੜ ਕੇ ਤੁਹਾਨੂੰ ਤੇ ਸਿਖਾਈ ਜਾਣਾ, ਸਾਰਿਆਂ ਨੂੰ ਦੱਸੀ ਜਾਣਾ। ਆਪ ਮੈਂ ਵੀ ਕੈਨੇਡਾ ਵਾਸਤੇ ਹੋ ਸਕਦਾ ਪੜ੍ਹਦਾ ਹਾਂ, ਆਪ ਮੈਂ ਵੀ, ਮੇਰੀ ਵੀ ਸੋਚ ਕੁਛ ਹੋਰ ਹੋ ਸਕਦੀ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਦੀ ਕਿਰਪਾ ਤੇ ਉਹੀ ਰਹਿਣੀ ਹੈ, ਬਾਣੀ ਉਹੋ ਹੀ ਹੈ, ਬਾਣੀ ਦੀ ਅਗੰਮੀ ਤਾਕਤ ਉਹੋ ਹੀ ਹੈ। ਇਹਨੇ ਕਿਤੇ ਨਹੀਂ ਬਦਲਣਾ, ਪਰ ਤੇਰੀ ਭਾਵਨਾ ਨੂੰ ਬਦਲਣਾ ਪੈਣਾ। ਜਦੋਂ ਤੂੰ ਆਪਣੀ ਭਾਵਨਾ ਨੂੰ ਬਦਲ ਲਿਆ, ਆਪਣੇ ਅੰਦਰ ਦੀ ਸੋਚ ਨੂੰ ਤਬਦੀਲ ਕਰ ਲਿਆ, ਜਿਸ ਦਿਨ ਤੂੰ ਬਾਣੀ ਨੂੰ ਸਿਰਫ ਔਰ ਸਿਰਫ ਰੱਬ ਵਾਸਤੇ ਪੜਨ ਲੱਗ ਪਿਆ, ਉਸ ਦਿਨ ਜਿਹੜੀ ਤੈਨੂੰ ਦਾਤ ਮਿਲੇਗੀ ਉਹ ਮਹਾਰਾਜ ਜੀ ਕਹਿੰਦੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਉਸ ਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਅਸੀਂ ਉਸ ਚੀਜ਼ ਬਾਰੇ ਸੋਚ ਵੀ ਨਹੀਂ ਸਕਦੇ। ਸਾਨੂੰ ਲੱਗਦਾ ਵੀ ਖੌਰੇ ਅਸੀਂ ਕਿਤੇ ਸਾਧ ਹੀ ਨਾ ਬਣ ਜਾਈਏ। ਨਹੀਂ, ਏਦਾਂ ਨਹੀਂ ਹੈ। ਬਾਣੀ ਨੇ ਜੋ ਅੰਦਰ ਦੇ ਵਿੱਚ ਰਸ ਭਰਨਾ, ਸਾਡੇ ਜੋ ਅੰਦਰ ਵਿੱਚ ਬਾਣੀ ਨੇ ਕਿਰਪਾ ਕਰਨੀ ਹੈ, ਜੋ ਮਹਾਰਾਜ ਜੀ ਨੇ ਮਿਹਰ ਅੰਦਰ ਦੇ ਵਿੱਚ ਕਰਨੀ ਹੈ, ਅੰਦਰ ਵਿੱਚੋਂ ਸਾਡੀ ਜ਼ਮੀਰ ਨੂੰ ਜਗਾ ਦੇਣਾ, ਸਾਡੇ ਸੁੱਤੇ ਮਨ ਨੂੰ ਜਗਾ ਦੇਣਾ,
ਸਾਨੂੰ ਮਹਾਰਾਜ ਜੀ ਨੇ ਡਰ ਤੋਂ ਰਹਿਤ ਕਰ ਦੇਣਾ ਹੈ। ਅਸੀਂ ਦੁਨੀਆ ਦੇ ਵਿੱਚ ਅਣਖ ਤੇ ਗੈਰਤ ਦੇ ਨਾਲ ਜਿਉਣਾ ਹੈ। ਇਹ ਬਾਣੀ ਦੀ ਅਸਲ ਕਿਰਪਾ ਹੈ। ਨਹੀਂ ਤੇ ਬਾਣੀ ਪੜ੍ਹਨ ਵਾਲੇ ਵੀ ਬਹੁਤ ਮਨੁੱਖ ਐਸੇ ਹੁੰਦੇ ਨੇ ਜਿਨ੍ਹਾਂ ਕੋਲੇ ਹੈ ਸਾਰਾ ਕੁਝ, ਪਰ ਉਹ ਆਪਣੇ ਹੱਕ ਤੇ ਹਕੂਕ ਵਾਸਤੇ ਨਹੀਂ ਲੜ ਸਕਦੇ, ਕਿਉਂਕਿ ਅਜੇ ਤੱਕ ਉਹਨਾਂ ਨੇ ਇਸ ਵਾਸਤੇ ਬਾਣੀ ਮਨ ਨੂੰ ਕਰੜਾ ਕਰਨ ਵਾਸਤੇ ਪੜ੍ਹੀ ਹੀ ਨਹੀਂ ਪੜ੍ਹੀ ਉਹਨਾਂ ਨੇ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੋਏ ਕਹਿੰਦੇ ਨੇ, ਕੇਤੀ ਕੇਤੀ ਮੰਗਣ ਮੰਗੈ ਭਾਵਣੀਆਂ ਸੋ ਪਾਈਐ। ਜੋ ਜੋ ਤੂੰ ਮੰਗੀ ਜਾਏਗਾ ਉਹ ਤੈਨੂੰ ਮਿਲ ਹੀ ਜਾਏਗਾ। ਰੱਬ ਤੇਰੇ ਤੋਂ ਇਹ ਨਹੀਂ ਕਿ ਤੁਸੀਂ ਸੋਚੋ ਫਿਰ ਕੁਝ ਹੋਰ ਮਿਲਣਾ, ਨਹੀਂ ਮਿਲੇਗਾ, ਸਾਰਾ ਕੁਝ ਮਿਲੇਗਾ। ਜੋ ਜੋ ਮੰਗੀ ਜਾਓਗੇ, ਕੇਤੀ ਕੇਤੀ ਮੰਗਣ ਮੰਗੈ ਭਾਵਣੀਆਂ ਸੋ ਪਾਈਐ। ਭਾਵਨਾ ਤੇਰੀ ਹੋਏਗੀ, ਦੇਣ ਵਾਲਾ ਦਾਤਾ ਹੈ। ਤੂੰ ਇਸ ਤੋਂ ਜੋ ਕੁਝ ਮੰਗੇਗਾ ਰੱਬ ਉਹ ਤੈਨੂੰ ਦੇ ਦੇਗਾ। ਮਹਾਰਾਜ ਜੀ ਕਹਿਣ ਲੱਗੇ, ਮੈਂ ਤੈਨੂੰ ਕਿੱਦਾਂ ਮਿਲ ਜਾਵਾਂ, ਤੂੰ ਅਜੇ ਤੱਕ ਮੈਨੂੰ ਮੰਗਿਆ ਹੀ ਨਹੀਂ, ਅਜੇ ਤੱਕ ਤੂੰ ਮੈਨੂੰ ਮੇਰੇ ਤੋਂ ਮੰਗਿਆ ਹੀ ਨਹੀਂ, ਕਿੱਦਾਂ ਤੈਨੂੰ ਮਿਲ ਜਾਵਾਂ ਦੱਸ। ਅਜੇ ਤੱਕ ਤੂੰ ਆਖਿਆ ਹੀ ਨਹੀਂ ਕਿ ਐ ਨਿਰੰਕਾਰ ਦਰਸ਼ਨ ਦੇ ਮੈਨੂੰ, ਅਜੇ ਤੱਕ ਤੂੰ ਮਨ ਵਿੱਚ ਬੈਰਾਗ ਹੀ ਪੈਦਾ ਨਹੀਂ ਕੀਤਾ। ਮਹਾਰਾਜ ਕਹਿੰਦੇ ਅਜੇ ਤੱਕ ਤੂੰ ਦਰਸ਼ਨਾਂ ਨੂੰ ਮਨ ਤੇਰਾ ਲੋਚਿਆ ਹੀ ਨਹੀਂ, ਤੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਾਂਗੂ ਆਖਿਆ ਹੀ ਨਹੀਂ। ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਤੂੰ ਇਸ ਨਿਰੰਕਾਰ ਦੇ ਅੱਗੇ ਜੇ ਤਰਸਿਆ ਹੀ ਨਹੀਂ, ਤੂੰ ਆਖਿਆ ਹੀ ਨਹੀਂ ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਮਹਾਰਾਜ ਕਹਿੰਦੇ ਤੂੰ ਆਖਿਆ ਹੀ ਨਹੀਂ ਦੱਸ, ਫਿਰ ਜੋ ਤੂੰ ਕੁਝ ਮੰਗ ਰਿਹਾ ਉਹੀ ਮਿਲੇਗਾ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ, ਹੁਣ ਮਰਜ਼ੀ ਤੁਹਾਡੀ ਹੈ, ਜਾਂ ਇਉਂ ਕਹਿ ਲਓ ਮਰਜ਼ੀ ਮੇਰੀ ਹੈ, ਤੁਹਾਡੀ ਹੈ, ਹਰੇਕ ਦੀ ਆਪੋ ਆਪਣੀ ਮਰਜ਼ੀ ਹੈ। ਅਸੀਂ ਨਿਰੰਕਾਰ ਤੋਂ ਕੀ ਮੰਗਣਾ ਹੈ ਆ ਕੇ, ਮਹਾਰਾਜ ਉਹ ਦੇ ਦੇਣਗੇ ਤੁਹਾਨੂੰ ਸਾਰਾ ਕੁਝ। ਮਹਾਰਾਜ ਜੀ ਕਹਿੰਦੇ ਇਹਦੇ ਕੋਲੇ ਸਾਰਾ ਕੁਝ ਹੈ, ਇਹ ਦੇਣ ਦੀ ਸਮਰੱਥਾ ਰੱਖਦਾ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇਹ ਉਹ ਹੀ ਦੇ ਦਿੰਦਾ ਮਨੁੱਖ ਨੂੰ ਜੋ ਇਸਨੇ ਮੰਗਿਆ। ਤੇ ਮਹਾਰਾਜ ਜੀ ਕਹਿਣ ਲੱਗੇ, ਫੇਰ ਵੀ ਜੇ ਤੈਨੂੰ ਇਉਂ ਲੱਗਦਾ ਇੰਨਾ ਕੁਝ ਹੋਣ ਦੇ ਬਾਵਜੂਦ ਸਬਰ ਨਹੀਂ ਹੈ, ਤੇ ਮਹਾਰਾਜ ਕਹਿੰਦੇ ਸਬਰ ਤਾਂ ਤੂੰ ਮੇਰੇ ਤੋਂ ਮੰਗਿਆ ਹੀ ਨਹੀਂ, ਤੂੰ ਮੇਰੇ ਤੋਂ ਨਿਰੰਕਾਰ ਪਰਮੇਸ਼ਰ ਦਾ ਨਾਮ ਤੇ ਮੰਗਿਆ ਹੀ ਨਹੀਂ। ਮੈਨੂੰ 15-16 ਸਾਲ ਹੋ ਗਏ ਸੰਗਤ ਦੀ ਸੇਵਾ ਦੇ ਵਿੱਚ ਵਿਚਰਦਿਆਂ। 15-16 ਸਾਲਾਂ ਦੇ ਵਿੱਚੋਂ ਸਾਲ ਵਿੱਚ ਮੈਨੂੰ ਲੱਗਦਾ 2 ਜਾਂ 3 ਵਾਰੀ ਇਹੋ ਜਿਹੀ ਅਰਦਾਸ ਕਰੀਦੀ ਹੈ ਜਿੱਥੇ ਲਿਖਿਆ ਹੋਵੇ ਇਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਇਹ ਮੇਰੇ ਬਚਨ ਨੇ, ਜਾਂ ਜਿੱਥੇ ਕਿਸੇ ਨੇ ਆਖਿਆ ਹੋਵੇ ਕਿ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਾਡੀ ਅਰਦਾਸ ਕਰਨੀ ਹੈ ਤੇ ਆਖਣਾ ਗੁਰਸਿੱਖੀ ਜੀਵਨ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ੇ ਪਰਮਾਤਮਾ। ਨਹੀਂ ਤੇ ਅਸੀਂ ਸਾਰੇ ਵਿੱਚ, ਮੈਂ ਵੀ ਸਿੱਖ ਹੀ ਹਾਂ, ਮੈਂ ਵੀ ਉਹੋ ਹੀ ਹਾਂ, ਮੈਂ ਵੀ ਇੱਥੇ ਖੜ ਕੇ ਉਹੋ ਹੀ ਅਰਦਾਸ ਕਰਦਾ ਜਿਹੋ ਜੀ ਤੁਸੀਂ ਕਰਦੇ ਆ ਸਾਰੇ। ਜਿਹੋ ਜੀ ਆਪਾਂ ਆਪਣੇ ਘਰ ਪਰਿਵਾਰ ਦੀ ਤੁਸੀਂ ਸੁੱਖ ਮੰਗਦੇ, ਮੈਂ ਵੀ ਉਦਾਂ ਹੀ ਮੰਗਦਾ, ਮੈਂ ਵੀ ਮਹਾਰਾਜ ਦਾ ਸਿੱਖ ਹੀ ਹਾਂ ਨਾ। ਪਰ ਮਹਾਰਾਜ ਜੀ ਕਹਿੰਦੇ ਨੇ ਤੈਨੂੰ ਆਨੰਦ ਰਸ ਉਦੋਂ ਪ੍ਰਾਪਤ ਹੋਏਗਾ ਜਦੋਂ ਤੂੰ ਆਨੰਦ ਰਸ ਮੰਗ ਲਿਆ। ਉਦੋਂ ਤੈਨੂੰ ਸਕੂਨ ਮਿਲੇਗਾ, ਉਦੋਂ ਤੈਨੂੰ ਆਨੰਦ ਮਿਲੇਗਾ, ਉਦੋਂ ਹਰ ਥਾਂ ਦੇ ਉੱਪਰ, ਹਰ ਹਾਲਤ ਦੇ ਵਿੱਚ, ਹਰ ਉਤਰਾ ਚੜ੍ਹਾਅ ਦੇ ਵਿੱਚ ਉਸ ਵੇਲੇ ਤੇਰਾ ਮਨ ਇੱਕੋ ਜਿਹਾ ਰਹੇਗਾ ਜਦੋਂ ਤੂੰ ਆਪਣੀ ਜ਼ੁਬਾਨ ਨੂੰ ਆਖਿਆ ਕਰੇਗਾ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੁੜ ਜਾਓ, ਉੱਚੀ ਆਵਾਜ਼। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ਼੍ਰੀ ਗੁਰੂ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਕਹੇ ਸੁਨੇ ਬਚਨ ਸਤਿਗੁਰੂ ਆਪਣੇ ਮੁਬਾਰਕ ਚਰਨਾਂ ਵਿਖੇ ਪ੍ਰਵਾਨ ਕਰਨ। ਭੁੱਲ ਚੁੱਕ ਦੀ ਖਿਮਾ। ਸੰਗਤ ਨੂੰ ਬੇਨਤੀ, 3 ਤਰੀਕ ਨੂੰ ਜੋ ਇਤਿਹਾਸ ਦੀ ਕਥਾ ਹੈ ਉਸ ਦੀ ਆਰੰਭਤਾ ਕਰਨੀ ਹੈ। ਇਸੇ ਵਕਤ ਹੁਣ ਕਥਾ ਜਿਸ ਟਾਈਮ ਹੋ ਰਹੀ ਹੈ, ਇਸੇ ਟਾਈਮ ਜਿਹੜੀ ਹੈ ਇਤਿਹਾਸ ਦੀ ਕਥਾ ਆਰੰਭ ਤੋਂ ਆਪ ਜੀ ਦੇ ਸਨਮੁਖ ਰੱਖਣੀ ਹੈ। ਪਹਿਲਾਂ ਵੀ ਆਪ ਜੀ ਜੋ ਵੀਰ ਜੀ ਇੱਥੇ ਸੇਵਾ ਕਰਦੇ ਸੀ ਪਵਿੱਤਰਪਾਲ ਜੀ, ਉਹਨਾਂ ਤੋਂ ਵੀ ਆਪ ਜੀ ਸਰਵਣ ਕਰਦੇ ਰਹੇ ਹੋ, ਜਾਂ ਹੋਰ ਵੀ ਥਾਵਾਂ ਤੋਂ ਆਪ ਜੀ ਸਰਵਣ ਕਰਦੇ ਰਹੇ ਹੋ। ਹਰੇਕ ਮਨੁੱਖ ਦਾ ਆਪੋ ਆਪਣਾ ਬਿਆਨ ਕਰਨ ਦਾ, ਕਹਿਣ ਦਾ, ਹਰ ਇੱਕ ਦਾ ਆਪੋ ਆਪਣਾ ਇੱਕ ਢੰਗ ਹੈ, ਆਪੋ ਆਪਣੇ ਤਰੀਕੇ ਦੇ ਨਾਲ ਉਸਨੇ ਬਿਆਨ ਕਰਨਾ ਹੈ। ਸੋ ਮੇਰੇ ਲਈ ਵੀ ਬਹੁਤ ਖੁਸ਼ੀ ਦੀ ਇਸ ਕਰਕੇ ਗੱਲ ਹੈ ਕਿ ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਕਈ ਵਾਰੀ ਵਿੱਚ ਵਿਚਾਲੋਂ ਸਾਨੂੰ ਕਥਾ ਮਿਲਦੀ ਹੈ। ਕਦੇ ਉਹ ਚੌਥੇ ਪਾਤਸ਼ਾਹ ਦਾ ਇਤਿਹਾਸ ਚੱਲ ਰਿਹਾ ਹੁੰਦਾ ਹੈ, ਕਦੇ 8ਵੇਂ ਪਾਤਸ਼ਾਹ ਦਾ, ਕਦੇ 10ਵੇਂ ਪਾਤਸ਼ਾਹ ਦਾ, ਇੱਦਾਂ ਕਰਕੇ ਕਿਤੇ ਸਾਨੂੰ ਪਤਾ ਨਹੀਂ ਹੁੰਦਾ। ਪਰ ਇੱਥੇ ਆਪਾਂ ਜਿਹੜੀ ਕਥਾ ਸ਼ੁਰੂ ਕਰਨੀ ਹੈ ਹੁਣ ਇਸ ਵੇਲੇ, ਉਹ ਆਪਾਂ ਸਟਾਰਟ ਤੋਂ, ਬਿਗਨਿੰਗ ਤੋਂ, ਬਿਲਕੁਲ ਆਰੰਭ ਤੋਂ, ਗੁਰੂ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੋਂ, ਜਾਂ ਇਉਂ ਕਹਿ ਲਓ ਉਹਨਾਂ ਦੇ ਪ੍ਰਕਾਸ਼ ਤੋਂ ਵੀ ਪਹਿਲਾਂ ਕਿਹੋ ਜਿਹਾ ਸਮਾਂ ਸੀ, ਉਦੋਂ ਤੋਂ ਆਪਾਂ ਜਿਹੜੀ ਉਹ ਕਥਾ ਆਰੰਭ ਕਰਨੀ ਹੈ। ਗੁਰੂ ਨਿਰੰਕਾਰ ਪਾਤਸ਼ਾਹ ਕਿਰਪਾ ਕਰਕੇ ਆਪ ਹੀ ਸੇਵਾ ਲੈਣਗੇ। 3 ਤਰੀਕ ਨੂੰ ਕਥਾ ਦੀ ਆਰੰਭਤਾ ਹੋਣੀ ਹੈ। ਸੋ ਆਪ ਜੀ ਨੇ ਸਮਾਂ ਕੱਢ ਕਰਕੇ ਸਮੇਂ ਦੇ ਅਨੁਸਾਰ ਆਪ ਜੀ ਨੇ ਪਹੁੰਚਣ ਦੀ ਖੇਚਲ ਕਰਨੀ ਹੈ। ਭੁੱਲ ਚੁੱਕ ਦੀ ਖਿਮਾ। ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ।